ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਸੱਚਖੰਡ ਦਰਸ਼ਨ ਦਾ 8ਵਾਂ ਅਧਿਆਇ। ਸੱਚਖੰਡ ਦਾ ਨਜ਼ਾਰਾ ਮਾਤ ਲੋਕ ਵਿੱਚ। ਸੱਚਖੰਡ ਦਾ ਨਜ਼ਾਰਾ ਗੁਰੂ ਕਰਤਾਰ ਆਪਣੇ ਨਦਰ ਨਿਹਾਲੇ ਗੁਰਮੁਖ ਜਨਾਂ ਨੂੰ ਇੱਥੇ ਇਸ ਮਿਰਤ ਲੋਕ ਵਿਖੇ ਹੀ ਸਾਂਗੋ ਪਾਂਗ ਦਿਖਲਾਏ ਦਿੰਦਾ ਹੈ, ਪਰ ਪਹਿਲਾਂ ਜਿਨ੍ਹਾਂ ਨੂੰ ਆਪਣੇ ਪੰਨੇ ਪਾਏ ਲੈਂਦਾ ਹੈ। ਤਿੰਨਾਂ ਇਹੋ ਜਿਹੇ ਜਨਾਂ 'ਤੇ ਹੀ ਅਜਿਹੀ ਨਜ਼ਰ ਆਉਂਦਾ ਹੈ ਜਿਨ੍ਹਾਂ 'ਤੇ ਅਜਿਹੀ ਕਲਾ ਵਰਤਦੀ ਹੈ। ਤ੍ਰਿਸ਼ਨਾ ਬੁੱਝੀ ਅੰਤਰ ਠੰਡਾ, ਗੁਰ ਪੂਰੈ ਲੈ ਟੁੱਟਾ ਗੰਢਾ। ਸੁਰਤ ਸ਼ਬਦ ਰਿਦ ਅੰਤਰ ਜਾਗੀ, ਆਮਿਓ ਝੋਲ ਝੋਲ ਪੀਜਾ ਹੈ। ਮਰੈ ਨਾਹੀਂ ਸਦ ਸਦ ਹੀ ਜੀਵੈ, ਅਮਰ ਭਇਆ ਅਬਨਾਸੀ ਥੀਵੈ। ਨਾ ਕੋ ਆਵੈ ਨਾ ਕੋ ਜਾਵੈ, ਗੁਰ ਦੂਰ ਕੀਆ ਪਰਮੀਜਾ ਹੈ। ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੇ ਸਮਾਣੀ। ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀਂ ਤੋ ਲੀਜਾ ਹੈ। 12 ਕੰਚਨ ਸੁਧ ਕਰਾਇਆ, ਨਦਰ ਸਰਾਫ ਵੰਨੀ ਸਚੜਾਇਆ। ਪਰਖ ਖਜ਼ਾਨਾ ਪਾਇਆ ਸਰਾਫੀ, ਫਿਰ ਨਾਹੀਂ ਤਾਈਜਾ ਹੈ। ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ। ਸੰਤ ਸੰਗ ਮਹਾ ਸੁਖ ਪਾਇਆ, ਦੇਖ ਦਰਸ਼ਨ ਇਹ ਮਨ ਭੀਜਾ ਹੈ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਉੱਪਰਲੇ ਗੁਰ ਪ੍ਰਮਾਣ ਵਿੱਚ ਕਥਨੀ ਕਰਨੀ ਕਮਲ ਜਮਾਲ ਵਾਲੇ ਗੁਰਮੁਖ ਜਨਾਂ ਦੀ ਘਟ ਅੰਤਰੀ ਖੇਡ ਹੀ ਅਤ ਅਨੂਪਮ ਪਲਟਾ ਖਾ ਜਾਂਦੀ ਹੈ। ਤਿੰਨਾਂ ਦਾ ਘਟ ਗੜ ਮੰਦਰ ਅਤ ਸੋਹਣਾ ਹੋ ਜਾਂਦਾ ਹੈ। ਕਰਨਹਾਰ ਕਰਤਾਰ ਦਾ ਕੀਤਾ ਹੀ ਇਹ ਅਲੌਕਿਕ ਸੁੰਦਰਤਾ ਵਾਲਾ ਸੋਹਣਾ ਮੰਦਰ ਜਗਮਗਿਆਉਂਦਾ ਹੈ। ਤਿਸ ਵਿੱਚ ਅਤ ਅਨੂਪਮ ਸੂਰਜ ਚੰਦਮਈ ਜਲਵ ਜੋਤੀ ਦੀਵੇ ਰੋਸ਼ਨ ਹੋਏ ਆਉਂਦੇ ਹਨ, ਜਿਸ ਦੇ ਚਾਨਣ ਕਰਕੇ ਤ੍ਰਿਭਵਨ ਜੋਤ ਉਜਿਆਰੀ ਤੇਜ ਅਪਾਰੀ ਚਾਨਣਾ ਚੰਨਣਾਏ ਜਾਂਦਾ ਹੈ। ਤਿਸ ਘਟ ਮੰਦਰ ਅੰਦਰ ਹੀ ਹਟ ਪਟਣ ਗੜ ਕੋਠੜੀ ਸੱਚੜੇ ਵਪਾਰ ਸੱਚੇ ਸੌਦੇ ਵਾਲੀ ਖੁੱਲ੍ਹ ਜਾਂਦੀ ਹੈ ਅਤੇ ਅੰਤਰਗਤੀ ਭੈ ਭੰਜਨੀ ਗਿਆਨ ਅੰਜਨ ਵਾਲੇ ਦਿਵ ਲੋਇਣ ਦੀਪਤ ਹੋ ਜਾਂਦੇ ਹਨ, ਜਿਨ੍ਹਾਂ ਲੋਇਣਾਂ ਦੁਆਰਾ ਉਹ ਘਟ ਦੇਹ ਖੰਡ ਵਿਖੇ ਹੀ ਸੱਚਖੰਡੀ ਨਿਰੰਕਾਰ ਨਿਰੰਜਨ ਦੀ ਝਾਤੀ ਪਾ ਲੈਂਦੇ ਹਨ। ਜੇਕਰ ਗੁਰੂ ਕਰਣਾ ਦੁਆਰਾ ਭਲੀ ਪ੍ਰਕਾਰ ਇਸ ਅਜਰ ਪਦ ਨੂੰ ਜਰਿਆ ਜਾਵੇ, ਗੁਰੂ ਆਪ ਜਰਾਵੇ, ਤਾਂ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਗੁਪਤ ਪ੍ਰਗਟ ਖੇਡ ਉਹਨਾਂ ਨੂੰ ਹੱਥ 'ਤੇ ਸਰੋਂ ਜਮਾਉਣ ਵਾਂਗੂ ਪ੍ਰਤੱਖ ਹੋ ਜਾਂਦੀ ਹੈ। ਯਥਾ ਗੁਰਵਾਕ ਹਰ ਕਾ ਮੰਦਰ ਸੋਹਣਾ, ਕੀਆ ਕਰਨਾ ਹਾਰ। ਰਵ ਸਸ ਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ। ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਪਾਰ। ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਭਾਏ। ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰੱਖੈ ਠਾਏ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਅਜਰ ਜਰੀ ਗੁਰ ਸਤਿਗੁਰ ਦੀ ਜੋਤ ਪ੍ਰਕਾਸ਼ਕ ਸਾਖਸ਼ਾਤਕਾਰਨੀ ਕਲਾ ਕ੍ਰਿਸ਼ਮਤ ਗੋਹਜ ਕਥਾ ਤਿਸ ਵਡਭਾਗੇ ਗੁਰਮੁਖ ਜਨ ਨੇ ਹੀ ਆਪਣੇ ਹਿਰਦੇ ਅੰਦਰ ਗਹਿ ਕਰਕੇ ਰੱਖੀ ਸਾਂਭੀ ਹੈ, ਜਿਸ ਦੇ ਮੁੱਖ ਮਸਤਕ ਉੱਤੇ ਧੁਰ ਪੂਰਬ ਸੰਜੋਗੀ ਭਾਗ ਉਦੇ ਹੋਏ ਜਾਗਿਆ ਹੈ। ਤਿਨਾਂ ਨੇ ਇਸ ਅਤ ਸ੍ਰੇਸ਼ਟ ਉੱਤਮ ਅੰਮ੍ਰਿਤ ਰਸਾਇਣੀ ਅਕਥ ਬਵਸਥਾ ਦਾ ਅੰਦਰੋਂ ਅੰਦਰ ਅਤੇ ਸਹਿਜ ਰਸ ਮਾਣਿਆ ਹੈ, ਗੁਰਬਚਨਾਤ ਰਸ ਮਾਣਿਆ ਹੈ। ਇਸ ਗੁਰਬਚਨਾਤ ਸਹਿਜ ਰਸ ਵਿਚਖਣੀ ਅਹਿਲਾਦ ਆਨੰਦ ਦਾ ਇਹ ਸੁਗਮ ਸਹਿਜਾਈ ਸਿੱਟਾ ਉਗਵ ਆਉਂਦਾ ਹੈ ਕਿ ਘਟ ਅੰਤਰ ਹੀ ਵਾਹਿਗੁਰੂ ਦਾ ਦਰਸ ਪ੍ਰਗਾਸੀ ਜੋਤ ਉਜਿਆਰਾ ਪਰ ਜਵੱਲਤ ਹੋਏ ਆਉਂਦਾ ਹੈ ਅਤੇ ਸਗਲਾ ਤਿਮਰ ਅੰਧਿਆਰਾ ਮਿਟ ਜਾਂਦਾ ਹੈ। ਜਿਵੇਂ ਸੂਰਜ ਉਦੇ ਹੋਏ ਤੋਂ ਹਨੇਰੀ ਰਾਤ ਛਾਈ ਮਾਈ ਹੋ ਜਾਂਦੀ ਹੈ। ਇਸ ਬਿਧ ਗੁਰੂ ਵਰਸਾਏ ਗੁਰਮੁਖ ਜਨ ਘਟ ਅੰਤਰ ਹੀ ਅਦ੍ਰਿਸ਼ਟ ਅਗੋਚਰ ਅਲਖ ਨਿਰੰਜਨ ਨੂੰ ਆਪਣੀ ਅੱਖੀਂ ਵੇਖ ਲੈਂਦੇ ਹਨ। ਯਥਾ ਗੁਰਵਾਕ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਧੁਰ ਭਾਗ ਹੋਵੈ ਮੁਖ ਮਸਤਕ,
ਤਿਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਬਚਨੀ ਸਹਿਜੇ ਚਾਖੀ। ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰੈਣ ਕੀ ਰਾਖੀ। ਆਦ੍ਰਿਸ਼ਟ ਅਗੋਚਰ ਆਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸਰਬ ਵਿਆਪਕ ਨਿਰੰਜਨ ਦਾ ਅਨੁਮਾਨ ਤਾਂ ਹਰ ਕੋਈ ਲਗਾ ਸਕਦਾ ਹੈ, ਪਰ ਇਸ ਖਿਆਲੀ ਕਿਆਸਕ ਅਨੁਮਾਨ ਕਰਕੇ ਅਲਖ ਨਿਰੰਜਨ ਲਖਿਆ ਨਹੀਂ ਜਾਂਦਾ। ਆਦ੍ਰਿਸ਼ਟ ਅਗੋਚਰ ਨਿਰੰਕਾਰ ਦੇਖਿਆ ਨਹੀਂ ਜਾ ਸਕਦਾ। ਜਿਨ੍ਹਾਂ ਗੁਰਮੁਖ ਜਨਾਂ ਦਾ ਊਂਦ ਕਮਲ ਪ੍ਰਕਾਸ਼ ਹੋ ਜਾਂਦਾ ਹੈ, ਸੋਈ ਅਗਮ ਅਗੋਚਰ ਅਲਖ ਨਿਰੰਜਨ ਨੂੰ ਸਰਬੱਤਰ ਰਵਿਆ ਸਾਂਗੋ ਪਾਂਗ ਦੇਖ ਸਕਦੇ ਹਨ। ਯਥਾ ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਊਂਦ ਕੰਵਲ ਜਦ ਪ੍ਰਗਾਸਦਾ ਹੈ ਤਾਂ ਪਹਿਲਾਂ ਸਾਰੇ ਸਰੀਰ ਪਿੰਡ ਅੰਦਰ ਜੋਤ ਚਾਨਣਾ ਕਿਰਨਤ ਹੋ ਕੇ ਆ ਪਸਰਦਾ ਹੈ। ਫਿਰ ਜਿਉਂ-ਜਿਉਂ ਸ਼ਬਦ ਸੁਰਤ ਕਮਾਈ ਵੱਧਦੀ ਜਾਂਦੀ ਹੈ, ਤਿਉਂ-ਤਿਉਂ ਇਹ ਜੋਤ ਚਾਨਣਾ ਵੀ ਵੱਧਦਾ ਜਾਂਦਾ ਹੈ। ਇੱਥੇ ਤਾਈਂ ਕਿ ਇਸ ਦਾ ਵਧਾਓ ਪਿੰਡ ਤੋਂ ਬ੍ਰਹਮੰਡੀ ਸਗਲ ਭਵਨ ਵਿਖੇ ਜੋਤ ਜਲਵਨਾ ਹੋ ਜਾਂਦਾ ਹੈ। ਜੋਤੀਸ਼ ਦਾ ਜੋਤ ਜਲਵਨਾ ਜਲਾਲ ਸਾਰੇ ਗਗਨ ਮੰਡਲ ਵਿਖੇ ਐਉਂ ਆਭਾ ਮਾਰ ਉੱਠਦਾ ਹੈ ਕਿ ਇਸ ਦਿਵ ਜੋਤ ਜਲਵਨੀ ਦ੍ਰਿਸ਼ਟ ਨਜ਼ਾਰੇ ਦੇ ਆਸ਼ਕਾਰ ਹੋਏ ਤੋਂ ਪਹਿਲਾਂ ਪੰਜ ਭੂਤਕ ਅੱਖੀਆਂ ਦੁਆਰਾ ਦਿਸ ਰਿਹਾ ਸਾਰਾ ਸਥੂਲ ਦ੍ਰਿਸ਼ਟ ਦ੍ਰਿਸ਼ਟਿਆ ਪੁਲਾੜ ਪਸਰਾਓ ਪਲਟ ਕੇ ਜੋਤ ਜੋਤੰਨਾ ਹੋ ਜਾਂਦਾ ਹੈ। ਸੱਚਮੁੱਚ ਪਹਿਲੇ ਦ੍ਰਿਸ਼ਟਮਾਨ ਨਜ਼ਾਰੇ ਦਾ ਅਭਾਵ ਹੀ ਹੋ ਜਾਂਦਾ ਹੈ। ਉਸ ਦ੍ਰਿਸ਼ ਨਜ਼ਾਰੇ ਦੀ ਕਾਇਆ ਪਲਟ ਹੋ ਜਾਂਦੀ ਹੈ। ਐਉਂ ਪ੍ਰਤੀਤ ਰੀਅਲਾਈਜ਼ ਹੁੰਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਰਹਾਓ। ਆਸਾ ਸ੍ਰੀ ਨਾਮਦੇਵ ਜੀਓ। ਵਿਦਿਤ ਰਹੇ ਕਿ ਏਤਨਾ ਹੁੰਦਿਆਂ ਸਰਬੱਤਰ ਰਵ ਰਹਿਆ ਗੋਬਿੰਦ, ਦ੍ਰਿਸ਼ਟ ਗੋਚਰੀ ਹੁੰਦਿਆਂ ਵੀ ਸੱਚਖੰਡ ਵਿਖੇ ਸੱਚਾ ਤਖਤ ਸੱਚ ਮਹਿਲੀ ਬੈਸ ਕੇ ਨਿਰਭਉ ਤਾੜੀ ਲਾਏ ਰਹਿਆ ਗੋਬਿੰਦ, ਨਿਆਰਾ ਜਲਵਾਗਰ ਰਹਿੰਦਾ ਹੈ। ਆਤਮ ਪ੍ਰਕਾਸ਼ ਦਾ ਪ੍ਰਥਮ ਪ੍ਰਭਾਵ ਨਵ ਸੁਹਾਗਵੰਤਿਆਂ ਨੂੰ ਗਗਨ ਪਾਤਾਲ ਵਿਖੇ ਸਰਬੱਤਰ ਪਸਰ ਰਹੀ ਜੋਤ ਚਾਂਦਨੀ ਦਾ ਬਿਸਮ ਝਲਕਾਰਾ ਅਜਿਹਾ ਬਿਸਮਾਦ ਰਸ ਅਹਿਲਾਦ ਵਿੱਚ ਮਗਨ ਕਰ ਦਿੰਦਾ ਹੈ ਕਿ ਉਹਨਾਂ ਦੀ ਇਸ ਡਲਕਾਂ ਮਾਰਦੇ ਜੋਤ ਸਰੋਵਰ ਤੋਂ ਉਰਵਾਰ ਪਾਰ ਅੱਖ ਹੀ ਨਹੀਂ ਉਗੜਨ ਦਿੰਦਾ। ਉਹਨਾਂ ਦੀ ਸੁਰਤੀ ਅਜਿਹੀ ਰਸ ਬਿਸਮਾਦ ਹੋ ਜਾਂਦੀ ਹੈ ਕਿ ਇਹ ਪਹਿਲ ਪਲੇਠੀਆ ਝਲਕਾਰਾ ਪੈਣਸਾਰ ਉਹ ਮਨ ਬਚਨ ਕਰਮ ਕਰਕੇ ਇਹੋ ਪ੍ਰਤੀਤ ਕਰਦੇ ਹਨ ਕਿ ਉਹਨਾਂ ਦਾ ਸੱਚਮੁੱਚ ਸੱਚਖੰਡ ਵਿੱਚ ਨਿਵਾਸ ਹੋਏ ਰਿਹਾ ਹੈ ਅਤੇ ਇਹ ਆਤਮ ਝਲਕਾਰ ਹੀ ਸੱਚਖੰਡ ਵਾਸੀ ਪ੍ਰਮਾਤਮਾ ਦਾ ਦਰਸਾਰ ਹੈ। ਉਹਨਾਂ ਨੂੰ ਅੰਦਰੋਂ ਬਾਹਰੋਂ ਪ੍ਰੀਤਮ ਪਰਮਾਨੰਦ ਪਰਮ ਆਨੰਦ ਪ੍ਰੀਤਮ ਦੀਆਂ ਜੱਫੀਆਂ ਪਈਆਂ ਹੋਈਆਂ ਹਨ, ਪਰ ਜਿਉਂ-ਜਿਉਂ ਇਸ ਜਿਰਾਂਦ ਨੂੰ ਜਰਦੇ ਜਾਂਦੇ ਹਨ, ਤਿਉਂ-ਤਿਉਂ ਬਿਸਮ ਤੋਂ ਬਿਸਮ ਪਰਮ ਅਦਭੁਤੀ ਬਿਸਮਾਦ ਦੇ ਜਲਵੇ ਪ੍ਰਤੱਖ ਹੋਏ ਆਉਂਦੇ ਹਨ। ਉਹਨਾਂ ਦੀ ਸ਼ਬਦ ਸੁਰਤ ਰਸ ਬਿਸਮਾਦੀ ਰੀਝ ਪਰਮ ਅਪਰੰਪਰੀ ਨੀਝ ਲਾਉਣ ਵੱਲ ਰਿਝਾਏ ਲੈਂਦੀ ਹੈ ਅਤੇ ਇੱਕ ਝਲਕ ਪਲਕਾਰੇ ਮਾਤਰ ਵਿੱਚ ਹੀ ਦਸਮ ਦੁਆਰ ਵਾਲੀ ਅਤੇ ਸੱਚਖੰਡ ਵਾਲੀ ਵਿੱਥ ਮਿਲ ਜਾਂਦੀ ਹੈ ਅਤੇ ਅਤ ਉੱਚਾ ਤਾਂਕਾ ਦਰਬਾਰਾ ਅੰਤ ਨਾਹੀਂ ਕਿਛ ਪਾਰਾਵਾਰਾ ਦੇ ਤਤ ਵਾਸਤਵੀ ਅਰਥ ਉੱਥੇ ਉਸ ਪਦ ਪੁੱਗ ਕੇ ਖੁੱਲ੍ਹਦੇ ਹਨ। ਪਰ ਬਿਸਮ ਵਿਨੋਦ ਸੁਰਤੀਏ ਨੈਣ ਉਸ ਦੇ ਫਿਰ ਵੀ ਨਹੀਂ ਖੁੱਲ੍ਹਦੇ। ਬਸ ਉਦੋਂ ਹੀ ਪਤਾ ਲੱਗਦਾ ਹੈ ਅਤੇ ਇਹੋ ਪਤਾ ਲੱਗਦਾ ਹੈ ਕਿ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਭੂੰਚਾ, ਕਹੋ ਨਾਨਕ ਪ੍ਰਭ ਮੇਰਾ ਉੱਚਾ। ਸੱਚਮੁੱਚ ਉੱਚਾ। ਆਹਾ, ਉਦੋਂ ਹੀ ਬਸ ਉਦੋਂ ਹੀ ਇਹ ਉਚਰਨਾ ਬਣਦਾ ਹੈ ਤੇ ਐਨ ਫੱਬਦਾ ਹੈ। ਕਹੋ ਨਾਨਕ ਭਰਮ ਗੁਰ ਖੋਇਆ, ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਮਾਰੂ ਮਹੱਲਾ ਪੰਜਵਾਂ। ਹਾਂਜੀ, ਮਹਿਲੀ ਵਾਹਿਗੁਰੂ ਦਾ ਮਹਿਲ ਹੋਇਆ ਨਾ। ਪਹਿਲਾਂ ਘੱਟ ਅੰਦਰ ਮਹਿਲ ਬਣਿਆ, ਫਿਰ ਦਸਮ ਦੁਆਰ ਮਹਿਲੀ ਦਾ ਮਹਿਲ ਬਣਿਆ,
ਪਰ ਸੱਚਾ ਮਹਿਲ ਮਹਿਲੀ ਦਾ, ਸੱਚਾ ਅਸਥਿਰ ਰਹਿਣ ਵਾਲਾ ਅਬਚਲ ਮਹਿਲ ਮਹਿਲੀ ਦਾ ਤਾਂ ਸੱਚਖੰਡ ਹੀ ਬਣਿਆ ਰਿਹਾ, ਅਤੇ ਇਹੀ ਦਰ ਮਹਿਲ ਹੈ ਜਿੱਥੇ ਬਹਿ ਕੇ ਉਹ ਸਰਬ ਦੀ ਸੰਭਾਲਨਾ ਕਰਦਾ ਹੈ। ਸੋ ਦਰ ਵਿਖੇ ਵਖਾਣਿਆ ਪਰਮ ਅਦਭੁਤੀ ਦਰ ਮਹਿਲ ਜਿਤ ਬਹਿ ਸਰਬ ਸੰਭਾਲੇ, ਇਹੋ ਸੱਚਖੰਡ ਹੈ। ਇਹ ਸੱਚਖੰਡ ਰੂਪੀ ਦਰ ਘਰ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਦੱਸਣ ਲੱਗਿਆਂ ਅਦਭੁਤ ਬਿਸਮਾਦ ਵਿੱਚ ਸਮਾਧੀ ਲੱਗ ਗਈ। ਇਉਂ ਉਚਾਰਦੇ ਹੀ ਸੱਚਖੰਡ ਵਿਖੇ ਲਿਵਲੀਨ ਹੋ ਗਏ, ਅਤੇ ਲਿਵਲੀਨ ਹੋਏ ਉਚਾਰੀ ਗਏ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਜਪਜੀ ਸਾਹਿਬ। ਆਹਾ, ਹੁਣ ਸੰਭਾਲੇ ਦਾ ਸਮੱਲ ਹੈ ਹੋ ਗਿਆ। ਸਨਮੁਖ ਪੇਖ ਰਹੀ ਬਿਸਮਾਦ ਦ੍ਰਿਸ਼ਟੀ ਸੰਭਲ ਹੈ ਉਚਾਰਨ ਕਰੇਗੀ। ਸਨਮੁਖ ਬਿਲਾਸ ਕਰ ਰਹੀ ਬਿਸਮ ਰਸ ਗਿੱਧੀ ਰਸਨਾ ਨੂੰ ਸੰਭਾਲੇ ਦੇ ਥਾਂ ਸੰਭਲ ਹੈ ਕਹਿਣਾ ਹੀ ਸੋਭਦਾ ਹੈ। ਸੰਭਾਲ ਹੈ, ਤੂੰ ਸੰਭਾਲੈ ਦਾ ਸੀਗਾ ਗਾਇਬ ਅਨਪੁਰਖ ਉੜ ਗਿਆ, ਤੇ ਸੀਗਾ ਮੁਖਾਤਬ ਮੱਧਮ ਪੁਰਖ ਪਰਬਲ ਹੋਏ ਸਫੁੱਟਿਆ। ਵਾਹ, ਸੱਚਮੁੱਚ ਇਹ ਕਹਿਣਾ ਬਣਦਾ ਹੈ ਕਿ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ, ਤਾਂ ਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ। ਮੇਰਾ ਗੋਬਿੰਦ ਅਲਖ ਅਪਾਰ ਜੀਓ, ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਆਂ ਹੈ, ਜੋ ਤੁਧ ਆਖ ਵਖਾਣੈ। ਜਿਸਨੋ ਨਦਰ ਕਰਹਿ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਓ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜੀਓ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਂ ਕਾ ਅੰਤ ਨਾ ਪਾਇਆ। ਤਿਸ ਰੂਪ ਨਾ ਰੇਖ ਆਦਿਸ਼ਟ ਅਗੋਚਰ, ਗੁਰਮੁਖ ਅਲਖ ਲਖਾਇਆ। ਸਦਾ ਆਨੰਦ ਰਹਿ ਦਿਨ ਰਾਤੀ, ਸਹਿਜੇ ਨਾਮ ਸਮਾਏ ਜੀਓ। ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਤੂੰ ਸਤ ਪਰਮੇਸ਼ਰ ਸਦਾ ਅਬਨਾਸੀ, ਹਰ ਹਰ ਗੁਣੇ ਨਿਧਾਨ ਜੀਓ। ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੇਵੜ ਅਵਰ ਨਾ ਕੋਈ। ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ, ਤੂੰ ਆਪੇ ਕਰਹਿ ਸੋ ਹੋਈ। ਹਰ ਸਭ ਮੈਂ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਤੂੰ ਸਤ ਪਰਮੇਸ਼ਰ ਸਦਾ ਅਬਨਾਸੀ, ਹਰ ਹਰ ਗੁਣੇ ਨਿਧਾਨ ਜੀਓ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ। ਜਿਉਂ ਭਾਵੈ ਤਿਵੇਂ ਚਲਾਏ ਜੀਓ, ਤੁਧ ਆਪੇ ਭਾਵੈ ਤਿਵੇਂ ਚਲਾਵਹਿ। ਸਭ ਤੇਰਾ ਸ਼ਬਦ ਸਮਾਏ ਜੀਓ, ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ। ਤੇਰਾ ਸ਼ਬਦ ਵਡਿਆਈ, ਗੁਰਮੁਖ ਬੁੱਧ ਪਾਈਐ ਆਪ ਗਵਾਈਐ। ਸ਼ਬਦੇ ਰਹਿਆ ਸਮਾਈ, ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ। ਨਾਨਕ ਨਾਮ ਸਮਾਏ ਜੀਓ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ। ਜਿਉਂ ਭਾਵੈ ਤਿਵੇਂ ਚਲਾਏ ਜੀਓ। ਆਸਾ ਮਹਲਾ ਚੌਥਾ। ਚੰਦ। ਇਸ ਕਾਇਆ ਕੋਟ ਗੜ ਮੰਦਰੀ, ਦਸਮ ਦੁਆਰ ਰਾਹੀਂ ਪ੍ਰਗਟੰਦੜਾ। ਮਹਿੰਡਾ ਲੋੜੀਂਦਾ ਸਾਜਨ ਸਾਈਂ, ਸੱਚਖੰਡ ਵਿਖੇ ਸਦਾ ਅਸਥਿਰ ਰਹਿੰਦੜਾ ਹੋਇਆ। ਭਗਤ ਜਨਾਂ ਨੂੰ ਨੇਰੇ ਹੂੰ ਤੇ ਨੇਰੇ, ਹਾਜ਼ਰ ਹਜ਼ੂਰ ਹੋ ਕੇ ਆਏ ਦੀਦਾਰ ਦੇਵਦਾ ਹੈ। ਸੱਚੇ ਸਤਿਗੁਰ ਦੀ ਇਹ ਅਮਿਤ ਵਡਿਆਈ ਹੈ। ਉਸ ਕਰਤਾਰ ਸਿਰਜਣਹਾਰ ਨਿਰੰਕਾਰ ਦੇ ਸਾਜੇ ਨਿਵਾਜੇ, ਕਾਇਆ ਕੋਟ ਗੜੀ 9-10 ਦਰਵਾਜ਼ਿਆਂ ਦੇ ਹੁੰਦਿਆਂ ਅਤੇ ਅਣਹੁੰਦਿਆਂ ਵੀ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਸਦ ਸਦਾ ਸੱਚਖੰਡ ਵਿਖੇ ਬਿਰਾਜਮਾਨ ਹੈ, ਸਦਾ ਅਸਥਿਤ ਹੈ। ਮੇਰਾ ਗੋਬਿੰਦ ਅਲਖ ਅਪਾਰ ਹੈ, ਤਾਂ ਕਿ ਗਤ ਕਹੀ ਨਹੀਂ ਜਾਂਦੀ। ਤਿਸ ਦੀ ਵਡਿਆਈ ਅਮਿਤ ਹੈ, ਤਿਸ ਦੀ ਮਿਤ ਗਿਣਤੀ ਕੁਛ ਨਹੀਂ ਕੀਤੀ ਜਾ ਸਕਦੀ, ਕੋਈ ਲੱਖ ਨਹੀਂ ਸਕਦਾ। ਇਸ ਕਰਕੇ ਗੋਬਿੰਦ ਅਲਖ ਹੈ, ਤਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਗੋਬਿੰਦ ਅਪਾਰ ਹੈ, ਉੱਪਰ ਤੋਂ ਉੱਪਰ, ਸਭਨਾਂ ਤੋਂ ਉੱਪਰ ਸੱਚਖੰਡ ਵਿਖੇ ਬਿਰਾਜਮਾਨ ਹੈ। ਇਸ ਕਰਕੇ ਗੋਬਿੰਦ ਅਪਰੰਪਰ ਹੈ, ਆਪਣਾ ਆਪ ਉਹ ਆਪ ਹੀ ਜਾਣਦਾ ਹੈ। ਇਹ ਅਲਪਗ ਜੰਤ ਵਿਚਾਰੇ ਕਿਸ ਬਾਗ ਦੀ ਮੂਲੀ ਹਨ,
ਹੇ ਇਹ ਤੈਨੂੰ ਹੇ ਮੇਰੇ ਗੋਬਿੰਦ ਕੀ ਆਖ ਕੇ ਵਖਾਣ ਸਕਦੇ ਹਨ। ਜਿਸਨੂੰ ਤੂੰ ਆਪ ਨਦਰ ਕਰਹੈਂ ਸੋਈ ਗੁਰਮੁਖ ਜਨ, ਤੇਰਾ ਤਤ ਅਭਿਆਸੀ ਵਿਚਾਰ ਕਰਕੇ ਤੁਧ ਨੂੰ ਲੱਖ ਪੇਖ ਸਕਦਾ ਹੈ। ਹੇ ਮੇਰੇ ਵੱਡੜੇ ਸਭ ਹੂੰ ਤੇ ਵੱਡੇ, ਸਭ ਹੂੰ ਤੇ ਉੱਚੇ, ਅਤੇ ਦਰਬਾਰ ਸੱਚਖੰਡ ਵਾਲੇ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ, ਤੂੰ ਆਦਿ ਪੁਰਖ ਹੈ, ਅਪਰੰਪਰ ਕਰਤਾ ਹੈ, ਤੇਰਾ ਪਾਰ ਨਹੀਂ ਪਾਇਆ ਜਾਂਦਾ। ਤੂੰ ਘਟ ਘਟ ਅੰਤਰ ਹੈ ਅਤੇ ਸਰਬ ਨਿਰੰਤਰ ਹੈ, ਅਤੇ ਸਭ ਮੈਂ ਸਮਾਏ ਰਿਹਾ ਹੈ। ਅਪਰੰਪਰੀ ਸੱਚਖੰਡ ਵਸੰਤਰੀ ਹੁੰਦਾ ਹੋਇਆ ਸਰਬ ਨਿਰੰਤਰ ਘਟ ਘਟ ਅੰਤਰ ਸਮਾਏ ਰਿਹਾ ਹੈ। ਸੱਚਖੰਡ ਵਸੰਤਰੀ ਪਾਰ ਬ੍ਰਹਮ ਪਰਮੇਸ਼ਰ ਹੁੰਦਾ ਹੋਇਆ ਤੂੰ ਘਟ ਘਟ ਅੰਤਰ ਸਮਾਏ ਰਿਹਾ ਹੈ, ਤੇਰਾ ਅੰਤ ਨਹੀਂ ਪਾਇਆ ਜਾਂਦਾ। ਜਿਸ ਦਾ ਇਹਨਾਂ ਪੰਜ ਭੂਤਕ ਅੱਖੀਆਂ ਨੂੰ ਦਿਸਣ ਵਾਲਾ ਕੋਈ ਰੂਪ ਰੇਖ ਨਹੀਂ, ਸੋ ਅਰੂਪ ਰੂਪ ਵਾਲਾ, ਅਕਾਲ ਮੂਰਤ ਵਾਲਾ, ਆਦ੍ਰਿਸ਼ਟ ਅਗੋਚਰ ਸੱਚਖੰਡੀ ਗਗਨੰਤਰ ਵਾਸੀਆ ਅਲਖ ਪਾਰ ਬ੍ਰਹਮ ਪਰਮੇਸ਼ਰ ਕੇਵਲ ਗੁਰਮੁਖਾਂ ਨੇ ਹੀ ਲਖਿਆ ਹੈ, ਅਤੇ ਗੁਰ ਸਤਿਗੁਰ ਦੁਆਰਾ ਪ੍ਰਾਪਤ ਹੋਈ ਗੁਰਮੰਤਰ ਗੁਰਦੀਖਿਆ ਦੀ ਅਭਿਆਸ ਕਮਾਈ ਦੇ ਪ੍ਰਤਾਪ ਕਰਕੇ ਲਿਖਾਇਆ ਜਾ ਸਕਦਾ ਹੈ। ਐਵੇਂ ਨਹੀਂ। ਇਸ ਮਨੁੱਖਾ ਦੇ ਹੀ ਅੰਦਰ ਹੁੰਦਿਆਂ ਅਲਖ ਅਗੋਚਰ ਸੱਚਖੰਡ ਵਸੰਤਰੀ ਪਾਰ ਬ੍ਰਹਮ ਪਰਮੇਸ਼ਰ ਜੇ ਲਖਿਆ ਜਾ ਸਕਦਾ ਹੈ ਤਾਂ ਬਸ ਇਸ ਵਿੱਚ ਸਾਰਾ ਮੁਅਜਜ਼ਾ ਗੁਰਮੁਖ ਅਲਖ ਲਖਾਏ ਜੀਓ ਦੇ ਮੁਹੰਮੇ ਬੁਝਾਉਣੀ ਵਿੱਚ ਹੈ। ਅਲਖ ਨੂੰ ਲਖਣ ਵਾਲੇ ਗੁਰਮੁਖ ਜਨ ਦਿਨ ਰਾਤੀ ਸਦਾ ਆਨੰਦ ਰਹਿੰਦੇ ਹਨ, ਅਤੇ ਇਸ ਆਨੰਦ ਦੀ ਦਸ਼ਾ ਵਿੱਚ ਹੀ ਤਿਨਾਂ ਦੀ ਨਾਮ ਅਨੁਰਾਗੀ ਮਗਨਤਾ ਬਣੀ ਰਹਿੰਦੀ ਹੈ। ਤਿਨਾਂ ਨੂੰ ਆਦਿ ਪੁਰਖ ਅਪਰੰਪਰ ਕਰਤੇ ਪੁਰਖ ਦਾ ਅੰਤ ਪਾਰਾਵਾਰ ਲੈਣ ਦੀ ਪਰਵਾਹ ਨਹੀਂ। ਉਹ ਤਾਂ ਨਿਰੰਕਾਰ ਦੇ ਨਾਮ ਵਿੱਚ ਮਸਤ ਅਲਮਸਤ ਸਮਾਏ ਰਹਿੰਦੇ ਹਨ। ਨਾਮ ਰਿਦ ਵਿਗਾਸੀਆਂ ਜੋਤ ਪ੍ਰਗਾਸੀਆਂ ਨੂੰ ਸਦਾ ਹੀ ਨਾਮੀ ਵਾਹਿਗੁਰੂ ਸਾਮੂਹੇ ਪ੍ਰਕਾਸ਼ਮਾਨ ਜ਼ਾਹਰ ਜ਼ਹੂਰ ਹੈ। ਹੇ ਮੇਰੇ ਵਾਹਿਗੁਰੂ ਤੂੰ ਸਤ ਪਰਮੇਸ਼ਰ ਹੈ, ਸਦਾ ਅਬਨਾਸ਼ੀ ਹੈ, ਹਰ ਹਰ ਗੁਣੇ ਨਿਧਾਨ ਹੈ। ਤੂੰ ਹਰ ਹਰ ਪ੍ਰਭ ਏਕੋ, ਬਸ ਏਕੋ ਵਾਹਿਗੁਰੂ ਹੀ ਵਾਹਿਗੁਰੂ ਹੈ। ਤੇਰੇ ਬਿਨਾ ਅਤੇ ਤੁਧ ਜੇਵੜ ਅਵਰ ਕੋ ਦੂਜਾ ਹੈ ਹੀ ਨਹੀਂ। ਤੈਨੂੰ ਬੀਓ ਪੁੱਛਣਾ ਮਸਲਤ ਧਰਨ ਦੀ ਲੋੜ ਨਹੀਂ। ਬੀਓ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਆਹਾ ਮੇਰੇ ਵਾਹਿਗੁਰੂ ਸਾਹਿਬ ਜੀਓ, ਤੂੰ ਐਸਾ ਹੈ, ਇਹਨਾਂ ਅਚਰਜ ਸਿਫਤਾਂ ਵਾਲੜਾ ਹੈ। ਜਾਂ ਕਾ ਅੰਤ ਨਾ ਜਾਣਸ ਕੋਏ, ਆਪੇ ਆਪ ਨਿਰੰਜਨ ਸੋਏ। ਆਪ ਆਕਾਰ ਆਪ ਨਿਰੰਕਾਰ, ਘਟ 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 ਸਭ ਘਟ ਆਧਾਰ। ਗੌਂਡ ਮਹਲਾ ਪੰਜਵਾਂ। ਤੈਨੂੰ ਤਾਂ ਕੇਵਲ ਉਹੀ ਵਡਭਾਗੇ ਗੁਰਮੁਖ ਜਨ ਤਤ ਲਖਤਾ ਵਾਲੇ ਸਰੂਪ ਵਿੱਚ ਜਾਣ ਸਕਦੇ ਹਨ, ਜੋ ਤੇਰੇ ਨਾਮ ਰੰਗਾਂ ਵਿੱਚ ਰੰਗੀਜ ਕੇ ਲਾਲੋ ਲਾਲ ਥੀ ਰਹੇ ਹਨ। ਜੋ ਤੇਰੇ ਸੰਤ ਭਗਤ ਜਨ ਤੇਰਾ ਜਸ ਕਰ ਕਰਕੇ ਆਗਾਏ ਰਹੇ ਹਨ, ਅਤੇ ਤੇਰੇ ਨਾਮ ਰੰਗਾਂ ਵਿੱਚ ਆਗਾਏ ਕੇ ਨਿਹਾਲੋ ਨਿਹਾਲ ਹੋ ਰਹੇ ਹਨ। ਯਥਾ ਗੁਰਵਕ ਨਾਮ ਰੰਗ ਭਗਤ ਭਏ ਲਾਲ, ਜਸ ਕਰਤੇ ਸੰਤ ਸਦਾ ਨਿਹਾਲ। ਨਾਮ ਰੰਗ ਜਨ ਰਹੇ ਅਗਾਏ, ਨਾਨਕ ਤਿਨ ਜਨ ਲਾਗੈ ਪਾਏ। ਗੌਂਡ ਮਹੱਲਾ ਪੰਜਵਾਂ। ਆਪਣੀ ਮਸਲਤ ਧਰ ਕੇ ਆਪੇ ਜਾਣਨ ਹਾਰੇ ਹੋਣ ਕਰ ਤੂੰ ਆਪੇ ਪੁਰਖ ਸੁਜਾਨ ਹੈ। ਤੂੰ ਆਦਿ ਪੁਰਖ ਹੈ, ਪੁਰਖ ਹੀ ਨਹੀਂ ਸੁਜਾਨ ਹੈ। ਸੁਜਾਨ ਪੁਰਖ ਵੀ ਕੈਸਾ ਹੈ ਕਿ ਸਭ ਦਾ ਪ੍ਰਧਾਨ ਹੈ। ਤੂੰ ਐਸਾ ਪ੍ਰਧਾਨ ਸੁਜਾਨ ਪੁਰਖ ਹੈ ਕਿ ਤੁਧ ਜੇਵੜ ਹੋਰ ਕੋਈ ਹੈ ਹੀ ਨਹੀਂ। ਤੂੰ ਸਰਬ ਕਲਾ ਸਮਰੱਥ ਪੁਰਖ ਪੁਰਖੋਤਮ ਅਮਰ ਅਟਾਰੜੇ ਸੱਚਖੰਡ ਧਾਮ ਵਿੱਚ ਬੈਠਾ ਹੋਇਆ ਆਪਣਾ ਅਮਰ ਹੁਕਮ ਚਲਾਵੰਦਾ ਹੈ, ਅਤੇ ਆਪਣੀ ਅਮਰ ਕਲਾ ਵਰਤਾਵੰਦਾ ਆਪਣੀ ਸਰਬ ਕਲਾ ਸਮਰੱਥ ਦਾ ਸਿੱਕਾ ਚਲਾਉਂਦਾ ਹੈ। ਸਭ ਘਟ ਪੂਰਨ ਹੋਏ ਆਪਣੀ ਜ਼ਾਹਰ ਕਲਾ ਦਾ ਇਜ਼ਹਾਰ ਕਰ ਦਿੰਦਾ ਹੈ। ਤੇਰਾ ਸ਼ਬਦ ਹੀ ਸ਼ਬਦ ਸਾਰੇ ਵਰਤਦਾ ਹੈ, ਅਤੇ ਸ਼ਬਦ ਰੂਪ ਹੋ ਕੇ ਸਭ ਤੂੰ ਹੈ ਵਰਤਦਾ ਹੈ, ਅਤੇ ਜੋ ਕੁਝ ਤੂੰ ਆਪੇ ਕਰਹੈਂ ਸੋਈ ਹੋਵੰਦਾ ਹੈ। ਵਾਹਿਗੁਰੂ ਏਕੋ ਹੀ ਸਭ ਮੈਂ ਰਵਿਆ ਹੋਇਆ ਹੈ। ਇਸ ਭੇਦ ਨੂੰ ਤਤ ਲਖਤਾ ਕਰਕੇ ਕੌਣ ਬੁੱਝ ਸਕਦਾ ਹੈ?
ਉਹ ਬੁੱਝ ਸਕਦਾ ਹੈ ਜਿਸ ਗੁਰਮੁਖ ਲਖਿਆ ਹਰ ਨਾਮ ਜੀਓ। ਨਾਮ ਦੇ ਲਖਣੇ ਹਾਰੇ, ਨਾਮ ਦੇ ਤਤਦਰਸੀ, ਨਾਮ ਦਰਸ਼ਨਾਂ ਦੇ ਸੰਗੋ ਪਾਂਗ ਪੇਖਣ ਹਾਰੇ ਅਤੇ ਨਾਮ ਦੇ ਜੋਤ ਦਰਸ਼ਨੀ ਸਰੂਪ ਨੂੰ ਪੇਖ ਪੇਖ ਕੇ ਆਨੰਦ ਰੰਗ ਮਾਨਣ ਹਾਰੇ ਹੀ ਨਾਮੀ ਵਾਹਿਗੁਰੂ ਨੂੰ ਲੱਖ ਪੇਖ ਸਕਦੇ ਹਨ। ਇੱਥੇ ਵੀ ਅਤੇ ਸੱਚਖੰਡੀ ਮੰਡਲ ਵਿਖੇ ਵੀ ਅਤੇ ਸਾਰੇ ਖੰਡ ਬ੍ਰਹਿਮੰਡਾਂ ਵਿੱਚ ਵੀ, ਹੇ ਵਾਹਿਗੁਰੂ, ਜੈਸਾ ਤੂੰ ਅਗਮ ਅਗੋਚਰ ਹੈ ਤੈਸਾ ਹੀ ਤੇਰਾ ਸ਼ਬਦ ਵੀ ਅਗੋਚਰ ਹੈ। ਗੁਰਮੁਖਾਂ ਨੇ ਹੀ ਤੇਰੇ ਇਸ ਅਗੋਚਰ ਸ਼ਬਦ ਨੂੰ ਪਾਇਆ ਹੈ ਅਤੇ ਗੁਰਮੁਖਾਂ ਨੇ ਹੀ ਤੇਰੇ ਸ਼ਬਦ ਨਾਮ ਵਿੱਚ ਸਮਾਏ ਕੇ ਤੇਰੇ ਅਗਮ ਅਗੋਚਰ ਸਰੂਪ ਨੂੰ ਪਾਇਆ, ਲਖਿਆ, ਲਖਾਇਆ ਹੈ ਅਤੇ ਜਿਉਂਦੇ ਜੀ ਸੱਚਖੰਡ ਸਮੂਹੇ ਡੇਰਾ ਲਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।